ਦ ਰਿਵਿਊ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਬਲਵਿੰਦਰ ਕੌਰ ਨੰਦਨੀ। ਭਾਰਤ ਵੰਡ ਇੱਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਇਤਿਹਾਸਕਾਰਾਂ, ਜੀਵਨੀਕਾਰਾਂ ਤੋਂ ਲੈ ਕੇ ਰਾਜਨੀਤਿਕ ਪਾਰਟੀਆਂ ਤੇ ਆਮ ਲੋਕਾਂ ਵਿੱਚ ਅੱਜ ਵੀ ਬਹਿਸ ਦਾ ਸਿਲਸਿਲਾ ਜਾਰੀ ਹੈ। ਸ਼ਾਇਦ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ। ਬਟਵਾਰੇ ਤੇ ਕਿਤਾਬਾਂ ਦਾ ਢੇਰ ਲੱਗਿਆ ਹੋਇਆ ਹੈ। ਲਗਭਗ ਹਰ ਸਾਲ ਹੀ ਵੰਡ ਤੇ ਕੋਈ ਨਾ ਕੋਈ ਨਵੀਂ ਕਿਤਾਬ ਛਪਦੀ ਰਹਿੰਦੀ ਹੈ। ਇਸ ਮੁੱਦੇ ਤੇ ਇਤਿਹਾਸਕਾਰਾਂ ਨੇ ਹੀ ਨਹੀਂ ਸਗੋਂ ਸਾਹਿਤਕਾਰਾਂ ਨੇ ਵੀ ਆਪਣੀ ਕਲਮ ਅਜ਼ਮਾਈ ਹੈ। ਬਟਵਾਰੇ ਉੱਤੇ ਕਈ ਭਾਸ਼ਾਵਾਂ ਵਿੱਚ ਕਿੰਨੇ ਹੀ ਨਾਵਲ, ਕਹਾਣੀਆਂ ਤੇ ਕਵਿਤਾਵਾਂ ਲਿਖੀਆਂ ਗਈਆਂ ਨੇ। ਵੱਡੀ ਗਿਣਤੀ ਵਿੱਚ ਉਹਨਾਂ ਲੋਕਾਂ ਨੇ ਆਪਣੀਆਂ ਯਾਦਾਂ ਨੂੰ ਬਿਆਨ ਕੀਤਾ ਜਿਨ੍ਹਾਂ ਨੇ ਵੰਡ ਦਾ ਦਰਦ ਆਪ ਝੱਲਿਆ ਸੀ। ਇਤਿਹਾਸਕਾਰਾਂ ਨੇ ਬਟਵਾਰੇ ਨਾਲ ਜੁੜੀਆਂ ਘਟਨਾਵਾਂ, ਨੇਤਾਵਾਂ, ਦੰਗਿਆਂ, ਵੰਡ ਦੇ ਕਾਰਨਾਂ ਅਤੇ ਆਮ ਲੋਕਾਂ ਤੇ ਇਸ ਦੇ ਪਏ ਪ੍ਰਭਾਵਾਂ ਬਾਰੇ ਲਿਖਿਆ ਹੈ। ਅਜਿਹੇ ਹਾਲਾਤ ਵਿੱਚ ਇਹ ਵਿਸ਼ਵਾਸ ਕਰਨਾ ਬੜਾ ਔਖਾ ਜਾਪਦਾ ਹੈ ਕਿ ਵੰਡ ਦਾ ਇੱਕ ਸਿਰਾ ਅਜੇ ਵੀ ਬਾਕੀ ਹੈ ਜਿਸ ਉੱਤੇ ਬਹੁਤਾ ਕੰਮ ਨਹੀਂ ਹੋਇਆ ਹੈ। ਇਹ ਉਹਨਾਂ ਮੁਸਲਮਾਨਾਂ ਬਾਰੇ ਹੈ ਜਿਨ੍ਹਾਂ ਨੇ ਭਾਰਤ ਦੀ ਵੰਡ ਦਾ ਵਿਰੋਧ ਕੀਤਾ ਸੀ ਅਤੇ ਮੁਹੰਮਦ ਅਲੀ ਜਿੰਨਾ ਦੀ ਟੂ ਨੇਸ਼ਨ ਥਿਊਰੀ ਨੂੰ ਨਾਕਾਮ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ, ਇੱਥੋਂ ਤੱਕ ਕਿ ਆਪਣੀ ਜਾਨ ਵੀ ਗਵਾ ਦਿੱਤੀ। ਭਾਰਤ ਦੇ ਲੋਕਾਂ ਲਈ ਅਜਿਹੇ ਦੇਸ਼ ਭਗਤ ਮੁਸਲਮਾਨਾਂ ਦੇ ਇਤਿਹਾਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਵੀ ਇਸ ਜ਼ਹਿਰੀਲੇ ਪ੍ਰਚਾਰ ਦਾ ਸ਼ਿਕਾਰ ਹੋ ਸਕਦੇ ਹੋ ਕਿ ਆਜ਼ਾਦੀ ਤੋਂ ਪਹਿਲਾਂ ਦੇਸ਼ ਦੇ ਹਰ ਮੁਸਲਮਾਨ ਨੇ ਮੁਸਲਿਮ ਲੀਗ, ਜਿੰਨਾ ਤੇ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਇਤਿਹਾਸਕਾਰ ਸ਼ਮਸੁਲ ਇਸਲਾਮ ਦੀ ਪੁਸਤਕ ਮੁਸਲਿਮਸ ਅਗੇਂਸਟ ਪਾਰਟੀਸ਼ਨ ਆਫ ਇੰਡੀਆ ਇਸ ਘਾਟ ਨੂੰ ਕਾਫੀ ਹੱਦ ਤੱਕ ਪੂਰਾ ਕਰ ਦਿੰਦੀ ਹੈ। ਇਹ ਪੁਸਤਕ ਫਰੋਸ ਮੀਡੀਆ ਐਂਡ ਪਬਲਿਸ਼ਿੰਗ ਪ੍ਰਾਈਵੇਟ ਲਿਮਿਟਿਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਕਿਤਾਬ ਅੰਗਰੇਜ਼ੀ ਅਤੇ ਪੰਜਾਬੀ ਸਮੇਤ ਕੁਝ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ। ਇਹ ਪੁਸਤਕ ਨਾ ਸਿਰਫ ਉਹਨਾਂ ਮੁਸਲਮਾਨਾਂ ਦੀ ਗੱਲ ਕਰਦੀ ਹੈ ਜਿਨ੍ਹਾਂ ਨੇ ਵੰਡ ਦਾ ਵਿਰੋਧ ਕੀਤਾ ਸੀ, ਸਗੋਂ ਆਧੁਨਿਕ ਇਤਿਹਾਸ ਵਿੱਚ ਟੂ ਨੇਸ਼ਨ ਥਿਊਰੀ ਜਾਂ ਦੋ ਕੌਮੀ ਵਿਚਾਰਾਂ ਦੇ ਜਨਮ ਅਤੇ ਵਿਕਾਸ ਦੀ ਵੀ ਡੂੰਘਾਈ ਨਾਲ ਪੜਤਾਲ ਕਰਦੀ ਹੈ। ਲੇਖਕ ਆਪਣੀ ਕਿਤਾਬ ਵਿੱਚ ਇਤਿਹਾਸਕ ਤੱਥਾਂ ਸਮੇਤ ਦੱਸਦਾ ਹੈ ਕਿ ਦੋ ਕੌਮੀ ਸਿਧਾਂਤ ਸਿਰਫ ਮੁਸਲਿਮ ਕੱਟੜਤਾ ਦੀ ਹੀ ਉਪਜ ਨਹੀਂ ਸੀ, ਸਗੋਂ ਇਸ ਵਿੱਚ ਹਿੰਦੂ ਨੇਤਾਵਾਂ ਦਾ ਵੀ ਪੂਰਾ ਯੋਗਦਾਨ ਸੀ। ਕਿਤਾਬ ਦੱਸਦੀ ਹੈ ਕਿ ਵੱਡੀ ਗਿਣਤੀ ਵਿੱਚ ਦੇਸ਼ ਭਗਤ ਮੁਸਲਮਾਨਾਂ ਨੇ ਪਾਕਿਸਤਾਨ ਦਾ ਵਿਰੋਧ ਕਰਨ ਲਈ ਸੰਗਠਨ ਬਣਾਏ ਅਤੇ ਆਪਣੇ ਪੱਧਰ ਤੇ ਮੁਸਲਿਮ ਲੀਗ ਦਾ ਵਿਰੋਧ ਕੀਤਾ। ਇਹਨਾਂ ਵਿੱਚ ਮੋਮਿਨ ਕਾਨਫਰੰਸ, ਮਜਲਿਸੇ ਅਹਿਰਾਰੇ ਇਸਲਾਮ, ਆਲ ਪਾਰਟੀਜ਼ ਸ਼ੀਆ ਕਾਨਫਰੰਸ, ਅਹਿਲੇ ਹਦੀਸ ਵਰਗੇ ਕਈ ਨਾਮ ਸ਼ਾਮਲ ਸਨ। ਕਿਤਾਬ ਇੱਕ ਜ਼ਰੂਰੀ ਗੱਲ ਇਹ ਵੀ ਦੱਸਦੀ ਹੈ ਕਿ ਵੰਡ ਵਿਰੋਧੀ ਮੁਸਲਮਾਨ ਨਾ ਸਿਰਫ ਉੱਤਰ ਭਾਰਤ ਵਿੱਚ ਸਨ, ਸਗੋਂ ਦੱਖਣ ਭਾਰਤ ਵਿੱਚ ਵੀ ਸਰਗਰਮ ਸਨ। ਇੰਨਾ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਮੁਸਲਮਾਨਾਂ ਨੇ ਵੀ ਪਾਕਿਸਤਾਨ ਦਾ ਵਿਰੋਧ ਕੀਤਾ ਸੀ। ਕਿਤਾਬ ਅੱਲਾ ਬਖਸ਼ ਦੇ ਜੀਵਨ ਅਤੇ ਕੰਮਾਂ ਬਾਰੇ ਵਿਸਤਾਰ ਨਾਲ ਦੱਸਦੀ ਹੈ, ਜੋ ਇੱਕ ਮਹਾਨ ਦੇਸ਼ ਭਗਤ ਅਤੇ ਭਾਰਤ ਦੀ ਏਕਤਾ ਦੇ ਕੱਟੜ ਸਮਰਥਕ ਸਨ। ਅੱਲਾ ਬਖਸ਼ ਇਤਿਹਾਦ ਪਾਰਟੀ ਦੇ ਮੁਖੀ ਸਨ, ਜਿਸ ਨੂੰ ਯੂਨਿਟੀ ਪਾਰਟੀ ਵੀ ਕਿਹਾ ਜਾਂਦਾ ਸੀ। ਉਹ 2 ਵਾਰ ਸਿੰਧ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਸਨ। ਉਹਨਾਂ ਨੇ ਮੁਹੰਮਦ ਅਲੀ ਜਿੰਨਾ ਦੀ ਦੇਸ਼ ਨੂੰ ਵੰਡਣ ਦੀ ਰਾਜਨੀਤੀ ਦਾ ਸਖਤ ਵਿਰੋਧ ਕੀਤਾ। ਜਦੋਂ ਜਿੰਨਾ ਦੀ ਮੁਸਲਿਮ ਲੀਗ ਦੋ ਕੌਮੀ ਪਹੁੰਚ ਨਾਲ ਅੱਗੇ ਵਧ ਰਹੀ ਸੀ ਤਾਂ ਅੱਲਾ ਬਖਸ਼ ਨੇ ਦੇਸ਼ ਭਗਤ ਮੁਸਲਿਮ ਨੇਤਾਵਾਂ ਨੂੰ ਆਜ਼ਾਦ ਮੁਸਲਿਮ ਕਾਨਫਰੰਸ ਦੇ ਬੈਨਰ ਹੇਠ ਇਕੱਠਾ ਕੀਤਾ। ਜਦੋਂ ਮੁਸਲਿਮ ਲੀਗ ਨੇ 23 ਮਾਰਚ 1940 ਨੂੰ ਲਾਹੌਰ ਵਿੱਚ ਪਾਕਿਸਤਾਨ ਮਤਾ ਪਾਸ ਕੀਤਾ ਤਾਂ ਅੱਲਾ ਬਖਸ਼ ਨੇ ਇਸ ਦੇ ਕੁਝ ਦਿਨਾਂ ਬਾਅਦ ਅਪ੍ਰੈਲ 1940 ਵਿੱਚ ਦਿੱਲੀ ਵਿੱਚ ਇੱਕ ਵੱਡੀ ਕਾਨਫਰੰਸ ਦਾ ਆਯੋਜਨ ਕੀਤਾ, ਜਿਸ ਵਿੱਚ ਦੇਸ਼ ਭਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਅੱਲਾ ਬਖਸ਼ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਵਿੱਚ ਸਭ ਤੋਂ ਵੱਡੀ ਰੁਕਾਵਟ ਸਨ। ਉਹਨਾਂ ਦੀ ਸੜਕ 'ਤੇ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਮੁਸਲਿਮ ਲੀਗ ਦੀ ਰਾਹ ਸੌਖੀ ਹੋ ਗਈ। ਲੇਖਕ ਨੇ ਕਈ ਇਤਿਹਾਸਿਕ ਹਵਾਲਿਆਂ ਤੋਂ ਸਿੱਧ ਕੀਤਾ ਹੈ ਕਿ ਇਸ ਕਤਲ ਪਿੱਛੇ ਮੁਸਲਿਮ ਲੀਗ ਤੋਂ ਇਲਾਵਾ ਹੋਰ ਕਿਸੇ ਦਾ ਹੱਥ ਨਹੀਂ ਸੀ। ਉਹ ਲਿਖਦੇ ਨੇ, ਅੱਲਾ ਬਖਸ਼ ਨੂੰ ਰਾਹ ਤੋਂ ਹਟਾਉਣਾ ਬਹੁਤ ਜ਼ਰੂਰੀ ਹੋ ਗਿਆ ਸੀ ਕਿਉਂਕਿ ਉਹਨਾਂ ਵਿੱਚ ਪਾਕਿਸਤਾਨ ਬਣਾਉਣ ਦੇ ਵਿਰੁੱਧ ਦੇਸ਼ ਭਰ ਦੇ ਆਮ ਮੁਸਲਮਾਨਾਂ ਦਾ ਜ਼ਬਰਦਸਤ ਸਮਰਥਨ ਹਾਸਲ ਕਰਨ ਦੀ ਸਮਰੱਥਾ ਸੀ। ਦਿੱਲੀ ਕਾਨਫਰੰਸ ਵੇਲੇ ਉਹਨਾਂ ਇਹ ਕਰਕੇ ਵੀ ਵਿਖਾਇਆ ਸੀ। ਇਸ ਤੋਂ ਇਲਾਵਾ
ਉਹਨਾਂ ਨੇ ਸਾਂਝੀਵਾਲਤਾ ਦੇ ਪ੍ਰਤੀਕ ਆਗੂ ਵਜੋਂ ਪੂਰੇ ਸਿੰਧ ਅਤੇ ਦੇਸ਼ ਵਿੱਚ ਪ੍ਰਸਿੱਧੀ ਹਾਸਲ ਕੀਤੀ ਸੀ। ਅਜਿਹੀ ਸਥਿਤੀ ਵਿੱਚ ਜੇਕਰ ਸਿੰਧ ਤੋਂ ਪਾਕਿਸਤਾਨ ਦੀ ਯੋਜਨਾ ਦਾ ਵਿਰੋਧ ਹੁੰਦਾ ਤਾਂ ਭੂਗੋਲਿਕ ਤੌਰ 'ਤੇ ਪਾਕਿਸਤਾਨ ਬਣਾਉਣ ਦੀ ਯੋਜਨਾ ਨੂੰ ਵੱਡਾ ਧੱਕਾ ਲੱਗਣਾ ਸੀ, ਕਿਉਂਕਿ ਸਿੰਧ ਤੋਂ ਬਗੈਰ ਪਾਕਿਸਤਾਨ ਦਾ ਸੰਕਲਪ ਵੀ ਸੰਭਵ ਨਹੀਂ ਸੀ। ਫਿਰ ਦੇਸ਼ ਦੇ ਪੱਛਮ ਵਿੱਚ ਇਸਲਾਮਿਕ ਰਾਜ ਹੋਂਦ ਵਿੱਚ ਨਹੀਂ ਆ ਸਕਦਾ ਸੀ। ਅੱਲਾ ਬਖਸ਼ ਦੇ ਧਾਰਮਿਕ ਰਾਸ਼ਟਰਵਾਦ ਦੇ ਵਿਰੁੱਧ ਵਿਚਾਰ ਅਤੇ ਉਹਨਾਂ ਦੀ ਪ੍ਰਸਿੱਧੀ ਮੁਸਲਿਮ ਲੀਗ ਲਈ ਗੰਭੀਰ ਰੁਕਾਵਟ ਸੀ ਤੇ ਅੱਲਾ ਬਖਸ਼ ਦਾ ਕਤਲ ਹੀ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਇੱਕੋ ਇੱਕ ਤਰੀਕਾ ਸੀ। ਅੱਲਾ ਬਖਸ਼ ਤੋਂ ਇਲਾਵਾ ਇਹ ਪੁਸਤਕ ਹਸਰਤ ਮੋਹਾਨੀ, ਖਾਨ ਅਬਦੁਲ ਗਫਾਰ ਖਾਨ, ਮੁਖਤਾਰ ਅਹਿਮਦ ਅੰਸਾਰੀ, ਸ਼ੌਕਤੁੱਲਾ ਅੰਸਾਰੀ, ਸੈयद ਅਬਦੁੱਲਾ ਬਰੇਲਵੀ ਵਰਗੇ ਦੇਸ਼ ਭਗਤ ਮੁਸਲਮਾਨਾਂ ਦੇ ਜੀਵਨ 'ਤੇ ਵੀ ਰੋਸ਼ਨੀ ਪਾਉਂਦੀ ਹੈ। ਇਸ ਪੁਸਤਕ ਦਾ ਇੱਕ ਬਹੁਤ ਹੀ ਦਿਲਚਸਪ ਚੈਪਟਰ ਪਾਕਿਸਤਾਨ ਵਿਰੋਧੀ ਮੁਸਲਿਮ ਕਵੀਆਂ ਦੀਆਂ ਕਵਿਤਾਵਾਂ 'ਤੇ ਆਧਾਰਿਤ ਹੈ। ਇਸ ਅਧਿਆਏ ਵਿੱਚ ਸਾਨੂੰ ਸ਼ਮੀਮ ਕਰਹਾਨੀ, ਸਾਗਰ ਨਿਜ਼ਾਮੀ, ਸਲੀਮ ਮਛਲੀ ਸ਼ਹਿਰੀ, ਅਸਰਾਰੁਲ ਹਕ ਮਜਾਜ਼, ਜ਼ਾਫਰ ਅਲੀ ਖਾਨ ਵਰਗੇ ਕਈ ਕਵੀਆਂ ਦੀ ਪਾਕਿਸਤਾਨ ਵਿਰੋਧੀ ਕਵਿਤਾਵਾਂ ਦੀ ਝਲਕ ਵੇਖਣ ਨੂੰ ਮਿਲਦੀ ਹੈ। 1946 ਦੀਆਂ ਸੂਬਾਈ ਵਿਧਾਨ ਪਰਿਸ਼ਦ ਦੀਆਂ ਚੋਣਾਂ ਭਾਰਤ ਦੀ ਵੰਡ ਵਿੱਚ ਵਿਸ਼ੇਸ਼ ਮਹੱਤਵ ਰੱਖਦੀਆਂ ਨੇ। ਜਦੋਂ ਮੁਸਲਿਮ ਲੀਗ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਜ਼ਿਆਦਾਤਰ ਮੁਸਲਿਮ ਸੀਟਾਂ ਜਿੱਤੀਆਂ, ਉਸ ਨੂੰ ਮੁਸਲਿਮ ਉੱਚ ਵਰਗ ਦਾ ਪੂਰਾ ਸਮਰਥਨ ਹਾਸਲ ਸੀ। ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮੁਸਲਿਮ ਲੀਗ ਨੂੰ ਇਹ ਜਿੱਤ ਸੀਮਿਤ ਵੋਟਿੰਗ ਪ੍ਰਣਾਲੀ ਦੇ ਆਧਾਰ 'ਤੇ ਮਿਲੀ ਸੀ। ਭਾਰਤੀ ਸੰਵਿਧਾਨਕ ਪ੍ਰਣਾਲੀ ਦੇ ਵਿਕਾਸ ਦੇ ਮਾਹਿਰ ਗ੍ਰੀਨਵਿਲੇ ਆਸਟਿਨ ਦਾ ਹਵਾਲਾ ਦਿੰਦੇ ਹੋਏ ਲੇਖਕ ਨੇ ਸਪਸ਼ਟ ਕੀਤਾ ਹੈ ਕਿ ਮੁਸਲਿਮ ਲੀਗ ਸਿਰਫ ਐਕਟ 1935 ਦੀ 6ਵੀਂ ਅਨੁਸੂਚੀ ਦੇ ਕਾਰਨ ਹੀ ਜਿੱਤ ਸਕੀ, ਜਿਸ ਦੇ ਤਹਿਤ ਵੋਟਿੰਗ ਅਧਿਕਾਰ ਸੀਮਤ ਸਨ। ਐਕਟ 1935 ਵਿੱਚ ਦਰਜ ਸ਼ਰਤਾਂ ਦੇ ਆਧਾਰ 'ਤੇ ਆਰਥਿਕ ਅਤੇ ਸਮਾਜਿਕ ਤੌਰ 'ਤੇ ਪਿਛੜੇ ਵਰਗਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਸੀ। ਇਹਨਾਂ ਵਿੱਚੋਂ ਕਿਸਾਨਾਂ, ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਇੱਕ ਵੱਡੇ ਵਰਗ ਸਮੇਤ ਅਣਗਿਣਤ ਹੋਰ ਵਰਗਾਂ ਨੂੰ ਜਾਇਦਾਦ ਅਤੇ ਵਿਦਿਅਕ ਅਯੋਗਤਾ ਦਾ ਬਹਾਨਾ ਬਣਾ ਕੇ ਵੋਟਿੰਗ ਦੇ ਅਧਿਕਾਰ ਤੋਂ ਬਾਹਰ ਕਰ ਦਿੱਤਾ ਗਿਆ। ਇਸ ਪੁਸਤਕ ਵਿੱਚ 1946 ਦੀਆਂ ਇਹਨਾਂ ਚੋਣਾਂ ਦਾ ਘੱਟ ਹੀ ਜ਼ਿਕਰ ਆਉਂਦਾ ਹੈ। ਇਸ ਬਾਰੇ ਵੀ ਇੱਕ ਵੱਖਰਾ ਚੈਪਟਰ ਦਿੱਤਾ ਜਾਂਦਾ ਤਾਂ ਚੰਗਾ ਹੁੰਦਾ। ਉਂਝ ਵੀ ਇਹ ਚੋਣਾਂ ਇੰਨੀਆਂ ਅਹਿਮ ਸਨ ਕਿ ਇੱਕ ਵੱਖਰੀ ਪੁਸਤਕ ਦੀ ਮੰਗ ਕਰਦੀਆਂ ਨੇ। ਪੁਸਤਕ ਵਿੱਚ ਲੇਖਕ ਦਾ ਇੱਕ ਵੱਡਾ ਦਾਅਵਾ ਇਹ ਹੈ ਕਿ ਪਾਕਿਸਤਾਨ ਵਿਰੋਧੀ ਮੁਸਲਮਾਨ ਨਾ ਸਿਰਫ ਦੋ ਕੌਮੀ ਨਜ਼ਰੀਏ ਅਤੇ ਧਾਰਮਿਕ ਵੰਡ ਦੇ ਵਿਰੁੱਧ ਸਨ, ਸਗੋਂ ਹਰ ਤਰ੍ਹਾਂ ਦੀ ਅਸਮਾਨਤਾ, ਜਾਗੀਰਦਾਰੀ ਸ਼ੋਸ਼ਣ, ਤਾਨਾਸ਼ਾਹੀ, ਜਾਤੀਵਾਦੀ ਭੇਦਭਾਵ ਤੇ ਜ਼ੁਲਮ ਦੇ ਵਿਰੁੱਧ ਵੀ ਸਨ। ਕਿਤਾਬ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਸਭ ਤੋਂ ਪਹਿਲਾਂ ਜਨਤਕ ਵੋਟਿੰਗ ਕਰਾਉਣ ਦੀ ਮੰਗ ਚੁੱਕਣ ਵਾਲੇ ਇਹੀ ਲੋਕ ਸਨ, ਤਾਂ ਜੋ ਸਿਰਫ ਰੁਤਬੇ ਵਾਲੇ ਲੋਕਾਂ ਨੂੰ ਹੀ ਚੋਣਾਂ ਵਿੱਚ ਹਿੱਸਾ ਲੈਣ ਅਤੇ ਚੁਣੇ ਜਾਣ ਤੋਂ ਰੋਕਿਆ ਜਾ ਸਕੇ। ਕਿਸੇ ਇੱਕ ਕਿਤਾਬ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਾ ਸੰਭਵ ਨਹੀਂ ਹੈ। ਲੇਖਕ ਨਾਲ ਕਈ ਥਾਵਾਂ 'ਤੇ ਅਸਹਿਮਤੀ ਵੀ ਹੈ, ਖਾਸ ਕਰਕੇ ਕਿਤਾਬ ਦੇ ਉਸ ਹਿੱਸੇ ਨਾਲ ਜਿੱਥੇ ਉਹਨਾਂ ਨੇ ਵੰਡ ਵਿੱਚ ਕਾਂਗਰਸ ਅਤੇ ਮਹਾਤਮਾ ਗਾਂਧੀ ਦੀ ਭੂਮਿਕਾ 'ਤੇ ਸਵਾਲ ਚੁੱਕੇ ਨੇ। ਕਿਤਾਬ ਮਹਾਤਮਾ ਗਾਂਧੀ ਵੱਲੋਂ ਮੁਹੰਮਦ ਅਲੀ ਜਿੰਨਾ ਨੂੰ ਅਹਿਮੀਅਤ ਦਿੱਤੇ ਜਾਣ ਦੀ ਆਲੋਚਨਾ ਕਰਦੀ ਹੈ। ਇਹ ਕਹਿਣਾ ਕਿ ਜਿੰਨਾ ਇੱਕ ਤਾਕਤਵਰ ਨੇਤਾ ਤਾਂ ਬਣ ਗਿਆ ਤੇ ਪਾਕਿਸਤਾਨ ਬਣਾਉਣ ਵਿੱਚ ਸਿਰਫ ਇਸ ਲਈ ਸਫਲ ਹੋਇਆ ਕਿਉਂਕਿ ਮਹਾਤਮਾ ਗਾਂਧੀ ਨੇ ਉਹਨਾਂ ਨੂੰ ਕਾਇਦੇ ਆਜ਼ਮ ਕਹਿ ਦਿੱਤਾ ਸੀ, ਇੱਕ ਸਰਲ ਵਿਆਖਿਆ ਜਾਪਦੀ ਹੈ। ਕਿਤਾਬ ਦੇ ਪੰਨਾ ਨੰਬਰ 251 'ਤੇ ਲੇਖਕ ਅਨੁਸਾਰ ਦੇਸ਼ ਭਗਤ ਮੁਸਲਮਾਨਾਂ ਦਾ ਮੰਨਣਾ ਸੀ ਕਿ ਗਾਂਧੀ ਨੂੰ ਜਿੰਨਾ ਤੇ ਪਾਕਿਸਤਾਨ ਦੀ ਮੰਗ ਪ੍ਰਤੀ ਹਮਦਰਦੀ ਸੀ। ਇਹ ਬੜੀ ਅਜੀਬ ਗੱਲ ਹੈ ਕਿ ਹਿੰਦੂਤਵ ਵਾਲੇ ਵੀ ਗਾਂਧੀ 'ਤੇ ਇਹੋ ਜਿਹੇ ਦੋਸ਼ ਲਾਉਂਦੇ ਆਏ ਨੇ ਕਿ ਗਾਂਧੀ ਪਾਕਿਸਤਾਨ ਦੀ ਮੰਗ ਬਾਰੇ ਨਰਮ ਸਨ। ਇਸ ਪੁਸਤਕ ਬਾਰੇ ਇੱਕ ਹੋਰ ਗੱਲ ਕਹਿਣੀ ਜ਼ਰੂਰੀ ਇਹ ਹੈ ਕਿ ਪੁਸਤਕ ਭਾਰਤ ਦੀ ਵੰਡ ਵਰਗੇ ਵੱਡੇ ਤੇ ਉਲਝੇ ਹੋਏ ਮੁੱਦੇ 'ਤੇ ਇੱਕ ਖਾਸ ਨੁਕਤੇ ਦੇਸ਼ ਭਗਤ ਮੁਸਲਮਾਨਾਂ 'ਤੇ ਕੇਂਦਰਿਤ ਹੈ। ਕਿਤਾਬ ਬ੍ਰਿਟਿਸ਼ ਸਰਕਾਰ ਬਾਰੇ ਗੱਲ ਤਾਂ ਕਰਦੀ ਹੈ, ਪਰ ਇਸ ਬਾਰੇ ਵਿਸਤਾਰ ਨਾਲ ਨਹੀਂ ਦੱਸਦੀ। ਇਸ ਤੋਂ ਇਲਾਵਾ ਇਸ ਪੁਸਤਕ ਦਾ ਘੇਰਾ ਉਸ ਸਮੇਂ ਦੀ ਭਾਰਤ ਦੀ ਅੰਦਰੂਨੀ ਸਿਆਸਤ ਤੱਕ ਸੀਮਤ ਹੈ। ਇਹ ਪੁਸਤਕ ਸਮਕਾਲੀ ਸੰਸਾਰ ਦੀ ਅੰਤਰਰਾਸ਼ਟਰੀ ਸਥਿਤੀ ਤੇ ਜੀਓਪੋਲਿਟਿਕਸ ਬਾਰੇ ਬਿਲਕੁਲ ਵੀ ਗੱਲ ਨਹੀਂ ਕਰਦੀ, ਜੋ ਕਿ ਵੰਡ ਦਾ ਇੱਕ ਅਹਿਮ ਬਿੰਦੂ ਹੈ। ਇੱਕ ਅਹਿਮ ਗੱਲ ਜੋ ਇਸ ਕਿਤਾਬ ਨੂੰ ਪੜ੍ਹ ਕੇ ਸਮਝ ਆਉਂਦੀ ਹੈ
ਉਹ ਇਹ ਕਿ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੀ ਕੌਮ ਦੇ ਰਾਜਨੀਤਿਕ ਵਿਚਾਰ ਵੀ ਇੱਕੋ ਜਿਹੇ ਹੋਣ ਇਹ ਜ਼ਰੂਰੀ ਨਹੀਂ। ਕੱਟੜਵਾਦੀ ਤਾਕਤਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਧਰਮ ਦੇ ਨਾਂ 'ਤੇ ਆਮ ਲੋਕਾਂ ਦੇ ਵਿਚਾਰਾਂ ਨੂੰ ਪਿੱਛੇ ਧੱਕ ਕੇ ਉਹਨਾਂ 'ਤੇ ਆਪਣੇ ਵਿਚਾਰ ਥੋਪ ਦਿੱਤੇ ਜਾਂਦੇ ਨੇ, ਬਗੈਰ ਇਹ ਖਿਆਲ ਕੀਤੇ ਕਿ ਉਹਨਾਂ ਦੀ ਰਾਜਨੀਤਿਕ ਸੋਚ ਕੀ ਹੈ। ਇਹੀ ਪਾਕਿਸਤਾਨ ਨੇ ਬੰਗਾਲੀ ਮੁਸਲਮਾਨਾਂ ਨਾਲ ਕੀਤਾ ਸੀ ਤੇ ਆਉਣ ਵਾਲੇ ਤੀਜੇ ਦਹਾਕੇ ਤੋਂ ਪਹਿਲਾਂ ਬੰਗਾਲੀ ਮੁਸਲਮਾਨ ਪਾਕਿਸਤਾਨ ਤੋਂ ਵੱਖ ਹੋ ਗਏ ਤੇ ਬੰਗਲਾਦੇਸ਼ ਹੋਂਦ ਵਿੱਚ ਆਇਆ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਇੱਕ ਜ਼ਰੂਰੀ ਪੁਸਤਕ ਹੈ ਜੋ ਭਾਰਤ ਦੀ ਵੰਡ ਬਾਰੇ ਇੱਕ ਨਵੀਂ ਵਿਚਾਰ ਚਰਚਾ ਸ਼ੁਰੂ ਕਰਨ ਦਾ ਯਤਨ ਕਰਦੀ ਹੈ। ਵੰਡ ਉੱਤੇ ਬਣੀ ਬਣਾਈ ਸਮਝ ਨੂੰ ਚੁਣੌਤੀ ਦਿੰਦੀ ਹੈ। ਇਹ ਇਸ ਮਿੱਥ ਨੂੰ ਤੋੜਦੀ ਹੈ ਕਿ ਆਜ਼ਾਦੀ ਤੋਂ ਪਹਿਲਾਂ ਹਰ ਮੁਸਲਮਾਨ ਨੇ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਤੁਹਾਨੂੰ ਇਹ ਸਮੀਖਿਆ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਨਾਲ ਹੀ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸ਼ੁਕਰੀਆ।